ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਸਾਹਿਤਮਾਲਾ 9 ਵਿੱਚੋਂ ਇੱਕ ਵਾਰਤਕ ਕਰਾਂਗੇ ਜੋ ਕਿ ਹੈ ਮੁੜ ਵੇਖਿਆ ਪਿੰਡ। ਮੁੜ ਵੇਖਿਆ ਪਿੰਡ ਇੱਕ ਸਫ਼ਰਨਾਮਾ ਹੈ ਜਿਸ ਦੇ ਲੇਖਕ ਹਨ ਬਲਰਾਜ ਸਾਹਨੀ ਜੀ। ਬਲਰਾਜ ਸਾਹਨੀ ਜੀ ਇੱਕ ਲੇਖਕ ਦੇ ਨਾਲ ਇੱਕ ਬਹੁਤ ਹੀ ਪ੍ਰਸਿੱਧ ਹਿੰਦੀ ਫਿਲਮਾਂ ਦੇ ਅਦਾਕਾਰ ਦੇ ਵਜੋਂ ਵੀ ਜਾਣੇ ਜਾਂਦੇ ਹਨ। ਇਹ ਜੋ ਲੇਖ ਤੁਹਾਡੇ ਪਾਠ ਵਿੱਚ ਹੈ ਇਹ ਉਹਨਾਂ ਦੀ ਪੁਸਤਕ ਮੇਰਾ ਪਾਕਿਸਤਾਨੀ ਸਫ਼ਰਨਾਮਾ ਦਾ ਇੱਕ ਭਾਗ ਹੈ। ਇਸ ਲੇਖ ਵਿੱਚ ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਪਿੰਡ ਭੇਰੇ ਨੂੰ ਦੇਖਣ ਜਾਂਦੇ ਹਨ ਤਾਂ ਉਸ ਸਮੇਂ ਦੇ ਉੱਥੋਂ ਤੱਕ ਜਾਣ, ਫਿਰ ਉੱਥੇ ਆਪਣਾ ਘਰ ਲੱਭਣ ਅਤੇ ਉਸ ਘਰ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਯਾਦ ਕਰਕੇ ਕਿਸ ਤਰ੍ਹਾਂ ਲੇਖਕ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਹੈ, ਉਹ ਸਾਰਾ ਕੁਝ ਇਸ ਪਾਠ ਵਿੱਚ ਅਸੀਂ ਪੜ੍ਹਾਂਗੇ। ਮੈਂ ਤੁਹਾਨੂੰ ਇਸ ਪਾਠ ਦਾ ਸਾਰ ਸੁਣਾਵਾਂਗੀ ਅਤੇ ਉਸ ਤੋਂ ਬਾਅਦ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਤਾਂ ਪਾਠ ਦੇ ਸ਼ੁਰੂ ਵਿੱਚ ਹੀ ਲੇਖਕ ਸਭ ਤੋਂ ਪਹਿਲਾਂ ਉਸ ਤਰੀਕ, ਉਸ ਸੰਨ ਨੂੰ ਦੱਸਦਾ ਹੈ ਜਦੋਂ ਕਿ ਉਹ ਆਪਣੇ ਪਿੰਡ, ਆਪਣੇ ਜਿੱਥੇ ਉਸਦਾ ਜਨਮ ਹੋਇਆ ਸੀ ਉਸ ਪਿੰਡ ਜਾਣ ਲਈ ਆਪਣਾ ਦਿਨ ਦੀ ਕਾਰਵਾਈ ਸ਼ੁਰੂ ਕਰਦਾ ਹੈ। 16 ਅਕਤੂਬਰ 1962। ਤਾਂ ਕਿਉਂਕਿ ਭਾਰਤ ਤੋਂ ਪਾਕਿਸਤਾਨ ਗਿਆ ਸੀ ਤਾਂ ਉੱਥੋਂ ਦੀਆਂ ਵੀਜ਼ਾ ਰਿਸਟ੍ਰਿਕਸ਼ਨਸ ਹਨ। ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਹੋਏ ਤੁਹਾਨੂੰ ਪਹਿਲਾਂ ਪੁਲਿਸ ਥਾਣੇ ਵਿੱਚ ਇਤਲਾਹ ਕਰਨੀ ਪੈਂਦੀ ਹੈ। ਉੱਥੇ ਜਾ ਕੇ ਉਹ ਸਵੇਰੇ ਥਾਣੇ 'ਚ ਰਿਪੋਰਟ ਲਿਖਾਉਂਦਾ ਹੈ ਅਤੇ ਫਿਰ ਉੱਥੋਂ ਬੱਸਾਂ ਦੇ ਅੱਡੇ ਉੱਤੇ ਭੇਰੇ ਜਾਣ ਲਈ ਨਿਕਲ ਪੈਂਦਾ, ਜੋ ਕਿ ਉੱਥੋਂ 60-70 ਮੀਲ ਦੂਰ ਸੀ। ਉਸਦੇ ਨਾਲ ਉਸਦੇ ਸਾਥੀ ਸਿਕੰਦਰ ਅਤੇ 2 ਹੋਰ ਸਾਥੀ ਵੀ ਨਾਲ ਹਨ ਜਿਨ੍ਹਾਂ ਦੇ ਨਾਮ ਸਾਨੂੰ ਪਾਠ ਵਿੱਚ ਅੱਗੇ ਪਤਾ ਲੱਗਣਗੇ। ਭੇਰੇ ਜਾਂਦਾ ਰਾਸਤੇ ਵਿੱਚ ਬੱਸ ਚੱਲ ਪੈਂਦੀ ਹੈ ਅਤੇ ਉਹਨੂੰ ਯਾਦ ਆਉਂਦਾ ਕਿ ਉਹ 8-9 ਸਾਲਾਂ ਦਾ ਸੀ ਜਦੋਂ ਉਸਨੇ ਆਖਰੀ ਵਾਰੀ ਭੇਰਾ ਵੇਖਿਆ ਸੀ, ਲਗਭਗ 40 ਸਾਲ ਪਹਿਲਾਂ। ਮਤਲਬ ਉਹ 40 ਸਾਲ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਉਹਨੂੰ ਉਸ ਗਲੀ ਦੀਆਂ, ਮੁਹੱਲੇ ਦੀਆਂ ਅਲੱਗ-ਅਲੱਗ ਗੱਲਾਂ ਯਾਦ ਆਉਂਦੀਆਂ ਨੇ ਵੀ ਕਿਸ ਤਰ੍ਹਾਂ ਉੱਥੇ ਅਲੱਗ-ਅਲੱਗ ਬਰਾਦਰੀ ਵਾਲਿਆਂ ਦੇ ਵੱਖਰੇ ਮੁਹੱਲੇ ਸਨ ਅਤੇ ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ ਮੁਹੱਲਾ, ਕੋਲੀਆਂ ਦਾ ਮੁਹੱਲਾ, ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ। ਅਤੇ ਆਪਣੀ ਤਾਈ ਜੀ ਦੀ ਯਾਦ ਆਉਂਦੀ ਹੈ ਜਿਨ੍ਹਾਂ ਨਾਲ ਮੁਹੱਲੇ ਦੀਆਂ ਕੁਝ ਹੋਰ ਔਰਤਾਂ ਸਵੇਰੇ ਮੂੰਹ ਹਨੇਰੇ, ਮਤਲਬ ਜਦੋਂ ਹਜੇ ਪੂਰਾ ਚਾਨਣ ਨਹੀਂ ਹੋਇਆ ਹੁੰਦਾ, ਜੇਹਲਮ ਦਰਿਆ ਇਸ਼ਨਾਨ ਕਰਨ ਜਾਂਦੀਆਂ ਸੀ ਅਤੇ ਕਈ ਵਾਰੀ ਉਹ ਤਿੰਨ ਦਾ ਭਰਾ ਵੀ ਨਾਲ ਚਲੇ ਜਾਂਦੇ ਸਨ। ਰਾਸਤੇ ਵਿੱਚ ਜਿਹੜੇ ਪੜਾਅ ਆਉਂਦੇ ਸਨ, ਚਿੜੀ ਚੋਗ, ਘੜੀ ਭੰਨ ਅਤੇ ਉਸ ਤੋਂ ਬਾਅਦ ਫਿਰ ਅੰਤ ਵਿੱਚ ਦਰਿਆ ਆਉਂਦਾ ਸੀ। ਉਸਨੂੰ ਯਾਦ ਆਉਂਦਾ ਕਿ ਕਿਸ ਤਰ੍ਹਾਂ ਚਿੜੀ ਚੋਗ ਦੇ ਨੇੜੇ ਇੱਕ ਮੈਦਾਨ ਵਿੱਚ ਮੇਲਾ ਲੱਗਦਾ ਹੁੰਦਾ ਸੀ। ਫਿਰ ਕਿਸ ਤਰ੍ਹਾਂ ਉਸ ਸ਼ਹਿਰ ਦੀਆਂ ਕੁੜੀਆਂ ਉਹਨਾਂ ਦੇ ਘਰ ਦੇ ਵਿੱਚ ਤ੍ਰਿੰਝਣ ਲਾਉਂਦੀਆਂ ਸਨ। ਘਰ ਦੇ ਹੇਠਲੇ ਸੋਫੇ ਵਿੱਚ, ਸੋਫਾ ਹੁੰਦਾ ਹੈ ਜਿਵੇਂ ਥੋੜ੍ਹੇ ਜਿਹੇ ਕਮਰਿਆਂ ਦੇ ਅੱਗੇ ਇੱਕ ਵੱਡਾ ਕਮਰਾ ਜਾਂ ਬਰਾਂਡਾ ਜਾਂ ਜਿਹਨੂੰ ਦਿਓੜੀ ਵੀ ਕਹਿ ਦਿੰਦੇ ਹਾਂ, ਉਹ ਬਣੀ ਹੁੰਦੀ ਹੈ, ਉਸਨੂੰ ਸੋਫਾ ਕਹਿੰਦੇ ਨੇ। ਅਤੇ ਉੱਥੇ ਸਾਰੀਆਂ ਕੁੜੀਆਂ ਰਾਤ ਨੂੰ ਤ੍ਰਿੰਝਣ ਵਿੱਚ ਚਰਖੇ ਪੂਰੀ ਰਾਤ ਕੱਤਦੀਆਂ ਹੁੰਦੀਆਂ ਸਨ। ਇਹ ਤਸਵੀਰਾਂ ਉਸਦੇ ਸਾਹਮਣੇ, ਉਸਦੇ ਦਿਮਾਗ ਵਿੱਚ ਆਉਂਦੀਆਂ ਜਾਂਦੀਆਂ ਨੇ। ਕਣਕ ਦੀਆਂ ਲੁਕਣ ਮਿੱਟੀਆਂ ਖੇਡਣ ਦੀਆਂ, ਸ਼ਰਾਰਤਾਂ ਨਾਲ ਕਰਨ ਦੀਆਂ ਅਤੇ ਹੋਰ ਖੇਤਾਂ ਦੀਆਂ ਸੱਜਰੀਆਂ, ਮੂਲੀਆਂ ਅਤੇ ਹੋਰ ਉਸ ਜ਼ਮਾਨੇ ਦੇ ਪੇਂਡੂ ਜੀਵਨ ਦੇ ਵੱਖਰੇ ਨਜ਼ਾਰੇ। ਇਸੇ ਦੌਰਾਨ ਉਸਦੇ ਨਾਲ ਵਾਲੀ ਸੀਟ 'ਤੇ ਇੱਕ ਬੁੱਢੀ ਔਰਤ ਆਪਣੇ ਪੁੱਤਰ ਨੂੰ ਲੈ ਕੇ ਬੈਠ ਜਾਂਦੀ ਹੈ ਅਤੇ ਉਸ ਤੋਂ ਵੀ ਉਸਨੂੰ, ਲੇਖਕ ਨੂੰ, ਆਪਣੀ ਮਾਂ ਯਾਦ ਆ ਜਾਂਦੀ ਹੈ। ਉੱਥੋਂ ਬੱਸ ਚਲਦੀ ਭੁੱਲੋਵਾਲ ਦੇ ਅੱਡੇ ਉੱਤੇ ਜਾ ਕੇ ਰੁਕ ਜਾਂਦੀ ਹੈ ਅਤੇ ਉੱਥੇ ਬੱਸ ਨੇ ਪੌਣਾ ਘੰਟਾ ਰੁਕਣਾ ਹੁੰਦਾ ਹੈ। ਜਿਵੇਂ ਬੱਸਾਂ ਦਾ ਰੂਟ ਬਣਿਆ ਹੁੰਦਾ ਨਾ ਕਿ ਬੱਸਾਂ ਕਿਸੇ ਅੱਡੇ 'ਤੇ ਰੁਕਦੀਆਂ ਨੇ, ਉਹਨਾਂ ਦਾ ਟਾਈਮ ਵੀ ਹੁੰਦਾ ਵੀ ਉਹ ਇੱਥੋਂ ਇੰਨੇ ਵਜੇ ਚੱਲਣਗੀਆਂ। ਪਰ ਲੇਖਕ ਕੋਲ ਆਪਣਾ ਪਿੰਡ ਦੇਖਣ ਲਈ ਕੇਵਲ 3 ਘੰਟੇ ਸਨ। ਵੀਜ਼ੇ ਦੇ ਹਿਸਾਬ ਨਾਲ ਉਸ ਕੋਲ ਸਿਰਫ 3 ਘੰਟੇ ਸਨ ਅਤੇ ਉਸਨੇ 3 ਘੰਟੇ ਬਾਅਦ ਵਾਪਸ ਜਿੱਥੋਂ ਉਹ ਚੱਲਿਆ ਸੀ ਉੱਥੇ ਜਾ ਕੇ ਵਾਪਸ ਥਾਣੇ ਵਿੱਚ ਰਿਪੋਰਟ ਕਰਨੀ ਸੀ। ਹੁਣ ਉਹਦੇ ਵਿੱਚੋਂ ਪੌਣਾ ਘੰਟਾ ਅਗਰ ਉਹਦਾ ਉੱਥੇ ਲੰਘ ਜਾਵੇ ਤਾਂ ਉਹਨੂੰ ਕੁਛ ਹੋਣ ਲੱਗ ਪਿਆ ਵੀ ਮੈਂ ਇੱਥੇ ਨਹੀਂ ਜਾਇਆ ਕਰ ਸਕਦਾ। ਉਹ ਸਿੱਧਾ ਬੱਸ ਅੱਡੇ ਦੇ ਮੁੰਤਜ਼ਿਮ ਮਤਲਬ ਜੋ ਬੱਸ ਅੱਡੇ ਦਾ ਪ੍ਰਬੰਧ ਕਰਦਾ, ਉਹਦਾ ਇੰਤਜ਼ਾਮ ਕਰਦਾ, ਉਹਦੇ ਕੋਲ ਪਹੁੰਚ ਜਾਂਦਾ ਹੈ ਅਤੇ ਉਹਨੂੰ ਦੱਸਦਾ ਹੈ ਕਿ ਮੈਂ 40 ਸਾਲ ਬਾਅਦ ਕੇਵਲ 3 ਘੰਟੇ ਲਈ ਆਪਣਾ ਵਤਨ ਦੇਖਣ ਆਇਆ ਹਾਂ ਅਤੇ ਮੇਰੇ ਲਈ ਪੌਣਾ ਘੰਟਾ ਬੱਸ ਅੱਡੇ ਉੱਤੇ ਗੁਜ਼ਾਰਨਾ ਬਹੁਤ ਹੀ ਮੁਸ਼ਕਿਲ ਹੈ। ਉਹ ਆਦਮੀ ਵੀ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਭੇਰੇ ਵਿੱਚ ਹੁਣ ਹੈ ਹੀ ਕਿ ਜੋ ਹੁਣ ਦੇਖਣ ਤੁਰੀ ਜਾ ਰਹੇ ਹੋ। ਪਰ ਅੱਗੋਂ ਲੇਖਕ ਕਹਿੰਦਾ ਕੀ ਕਰਾਂ ਜੀ, ਮਿੱਟੀ ਖਿੱਚ ਲਿਆਈ ਹੈ। ਤਾਂ ਉਸਨੂੰ ਆਪਣਾ ਮਿੱਟੀ, ਆਪਣੀ ਜਨਮ ਭੂਮੀ ਦਾ ਪਿਆਰ ਉੱਥੇ ਖਿੱਚ ਲਿਆ ਹੈ। ਪਰ ਉਸਨੂੰ ਫਿਰ ਵੇਖ ਕੇ ਜਦੋਂ ਲੱਗਦਾ ਹੈ ਕਿ ਬੱਸ ਅੱਡੇ ਦੇ ਪ੍ਰਬੰਧਨ ਨੂੰ ਕਿ
ਪਤਲੂਨ ਕੋਟ ਮਤਲਬ ਪੈਂਟ ਤੇ ਕੋਟ ਵਾਲਾ ਆਦਮੀ ਇਹੋ ਜਿਹੀ ਗੱਲਾਂ ਕਰ ਰਿਹਾ ਹੈ ਤਾਂ ਸ਼ਾਇਦ ਸੱਚੀ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਆਪਣੀ ਮਿੱਟੀ ਨਾਲ, ਤਾਂ ਉਹ 15 ਮਿੰਟਾਂ ਦੇ ਅੰਦਰ ਅੰਦਰ ਬੱਸ ਨੂੰ ਉੱਥੋਂ ਤੋਰ ਦਿੰਦਾ ਹੈ। ਭੇਰੇ ਦਾ ਆਲਾ ਦੁਆਲਾ ਲੇਖਕ ਨੂੰ ਬਹੁਤਾ ਜ਼ਿਆਦਾ ਯਾਦ ਨਹੀਂ ਸੀ, ਕਿਉਂਕਿ ਉਹ ਪਿੰਡ ਤੋਂ ਆਪਣੇ ਸ਼ਹਿਰ ਤੋਂ ਬਾਹਰ ਬਹੁਤ ਘੱਟ ਆਉਂਦੇ ਸੀ, ਬੱਚੇ ਸੀ, ਤਾਂ ਉਸਨੂੰ ਅੰਦਰ ਦਾ ਜ਼ਿਆਦਾ ਯਾਦ ਸੀ। ਪਰ ਹੁਣ ਜਦੋਂ ਦੇਖ ਰਿਹਾ ਕਿ ਬਹੁਤ ਜ਼ਿਆਦਾ ਸਰਸਬਜ਼ ਮਤਲਬ ਹਰਿਆਲੀ ਨਾਲ ਭਰਿਆ ਹੋਇਆ, ਰਮਣੀਕ, ਸੋਹਣਾ, ਸੁੰਦਰ, ਰੌਣਕ ਵਾਲਾ ਹੈ, ਤਾਂ ਉਹਨੂੰ ਲੱਗਦਾ ਹੈ ਕਿ ਝੰਗ ਜਾਂ ਸਰਗੋਧਾ ਜਿਹੜੇ ਨੇ ਉਹ ਬੜੇ ਰੁੱਖੇ ਇਲਾਕੇ ਨੇ ਅਤੇ ਉਸਦਾ ਜਿਹੜਾ ਭੇਰਾ ਸੀ ਉਹ ਬਹੁਤ ਹੀ ਵਧੀਆ ਇਲਾਕਾ ਹੈ। ਫਿਰ ਰੇਲਵੇ ਸਟੇਸ਼ਨ ਤੋਂ ਉਤਰ ਕੇ ਜਦੋਂ ਭੇਰੇ ਜਾਇਆ ਜਾਂਦਾ ਸੀ ਤਾਂ ਸਾਨੀਆਂ ਦਾ ਮੁਹੱਲਾ ਯਾਨੀ ਕਿ ਲੇਖਕ ਦਾ ਮੁਹੱਲਾ ਜਿਹੜਾ ਸਭ ਤੋਂ ਪਹਿਲਾਂ ਆਉਂਦਾ ਸੀ, ਪਰ ਹੁਣ ਉਹ ਬੱਸ 'ਤੇ ਜਾ ਰਿਹਾ ਸੀ ਅਤੇ ਬੱਸ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ 'ਤੇ ਬਣਿਆ ਹੋਇਆ ਸੀ। ਉਸ ਦਰਵਾਜ਼ੇ ਨੂੰ ਕਹਿੰਦੇ ਸਨ ਬਲੋਚੀ ਦਰਵਾਜ਼ਾ। ਹੁਣ ਲੇਖਕ ਦੇ ਸਾਥੀ ਵੀ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਲੇਖਕ ਨੂੰ ਉਸ ਸ਼ਹਿਰ ਦੀਆਂ ਗਲੀਆਂ ਦਾ ਸਭ ਬਿਲਕੁਲ ਇਸ ਤਰ੍ਹਾਂ ਪਤਾ ਜਿਵੇਂ ਉਹ ਹੁਣੇ ਇੱਥੋਂ ਗਿਆ ਹੋਵੇ, ਅਤੇ ਉਹਦੇ ਅੰਦਰ ਲੇਖਕ ਦੇ ਅੰਦਰ ਵੀ ਇੱਕ ਅਜੀਬ ਖੁਸ਼ੀ ਦੌੜ ਪੈਂਦੀ ਹੈ ਜਦੋਂ ਉਸ ਸ਼ਹਿਰ ਵਿੱਚ ਵੜਦਾ ਹੈ। ਦੁਲੰਗੜੇ ਮਾਰਦਾ ਮਤਲਬ ਛਾਲਾ ਮਾਰਦਾ ਹੋਇਆ ਸ਼ਹਿਰ ਦੇ ਦੂਜੇ ਸਿਰੇ ਯਾਨੀ ਕਿ ਜਿੱਥੇ ਉਸਦਾ ਮੁਹੱਲਾ ਸੀ ਉੱਥੇ ਗੰਜ ਮੰਡੀ ਵਾਲੇ ਚੌਂਕ 'ਤੇ ਜਾ ਪਹੁੰਚਦਾ ਹੈ। ਫਿਰ ਉੱਥੇ ਵੀ ਉਸਨੇ ਥਾਣੇਦਾਰ ਨੂੰ ਇਤਲਾਹ ਕਰਨੀ ਹੁੰਦੀ ਹੈ, ਅਤੇ ਉਹ ਥਾਣੇ ਜਦੋਂ ਪਹੁੰਚਦੇ ਨੇ ਤਾਂ ਉੱਥੋਂ ਜਿਹੜਾ ਇੰਸਪੈਕਟਰ ਹੁੰਦਾ ਹੈ ਉਹ ਲਗਭਗ ਲੇਖਕ ਦੀ ਉਮਰ ਦਾ ਹੀ ਹੁੰਦਾ ਹੈ, ਅਤੇ ਉਹ ਭੇਰੇ ਦੇ ਬਹੁਤ ਸਾਰੇ ਸਾਨੀਆਂ ਨੂੰ ਜਾਣਦਾ ਵੀ ਹੁੰਦਾ, ਇਸ ਕਰਕੇ ਉਹਦੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਅਤੇ ਉਸਦੀ ਆਮਦ ਅਤੇ ਰੁਖਸਤ ਯਾਨੀ ਕਿ ਉਸਦੇ ਆਉਣ ਅਤੇ ਜਾਣ ਦਾ ਵੇਰਵਾ ਇੱਕੋ ਵਾਰੀ ਉਸ ਤੋਂ ਪਵਾ ਲੈਂਦਾ ਹੈ ਤਾਂ ਜੋ ਉਸਨੂੰ ਵਾਪਸੀ 'ਤੇ ਦੁਬਾਰਾ ਥਾਣੇ ਨਾ ਆਉਣਾ ਪਵੇ। ਫਿਰ ਇਹ ਸਭ ਕੁਝ ਦੇਖ ਕੇ ਲੇਖਕ ਇੱਕਦਮ ਆਪਣੇ ਸਾਥੀਆਂ ਸਿਕੰਦਰ, ਸ਼ਾਕਿਰ ਅਤੇ ਮੁਸਤਹਿਮੀਨ ਨੂੰ ਕਹਿੰਦਾ ਆਪਣੇ ਅਤੇ ਪਰਾਏ ਸ਼ਹਿਰ ਦਾ ਹੀ ਫਰਕ ਹੁੰਦਾ ਦੇਖਿਆ। ਤਾਂ ਇਹ ਕਹਿੰਦਾ ਕਿ ਜਦੋਂ ਕਹਿੰਦਾ ਤਾਂ ਬਾਕੀ ਜਾਣੇ ਉਸਦੇ ਮੂੰਹ ਵੱਲ ਦੇਖਦੇ ਨੇ ਤਾਂ ਉਸਨੂੰ ਵੀ ਅਹਿਸਾਸ ਹੁੰਦਾ ਹੈ ਕਿ ਹੁਣ ਇਹ ਸ਼ਹਿਰ ਉਸਦਾ ਓਨਾ ਹੀ ਹੈ ਜਿੰਨਾ ਕਿ ਦਿੱਲੀ ਸਿਕੰਦਰ ਦੀ, ਯਾਨੀ ਕਿ ਜਦੋਂ ਕੋਈ ਪਾਕਿਸਤਾਨ ਦਾ ਬੰਦਾ ਭਾਰਤ ਆਪਣੇ ਪੁਰਾਣੇ ਘਰ ਵਿੱਚ ਆਵੇ ਤਾਂ ਜਿੰਨਾ ਉਹਦਾ ਉੱਥੇ ਹੱਕ ਹੋਏਗਾ ਓਨਾ ਕੀ ਲੇਖਕ ਦਾ, ਪਰ ਲੇਖਕ ਨੂੰ ਉੱਥੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਮੇਰਾ ਹੀ ਸ਼ਹਿਰ ਹੈ ਅਤੇ ਇੱਥੇ ਸਾਰੇ ਮੇਰੇ ਨਾਲ ਚੰਗਾ ਵਰਤਾਵ ਕਰ ਰਹੇ ਹਨ। ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਆਪਣੇ ਘਰ ਨੂੰ ਲੱਭਣ, ਆਪਣੇ ਮੁਹੱਲੇ ਨੂੰ ਲੱਭਣ, ਪਰ ਉਸਨੂੰ ਉੱਥੋਂ ਦਾ ਹੁਲੀਆ ਬਦਲਿਆ ਹੋਇਆ ਲੱਗਦਾ, ਉਸਨੂੰ ਆਪਣਾ ਘਰ ਲੱਭਦਾ ਨਹੀਂ। ਉਹਨੂੰ ਯਾਦ ਆਉਂਦਾ ਕਿ ਸਾਡੀ ਗਲੀ ਦੀ ਨੁੱਕਰ 'ਤੇ ਇੱਕ ਖੂਹ ਹੁੰਦਾ ਸੀ ਅਤੇ ਉਸ ਖੂਹ ਦੇ ਬਿਲਕੁਲ ਸਾਹਮਣੇ ਉਸਦੇ ਚਾਚਾ ਜੀ ਦਾ ਘਰ ਸੀ, ਅਤੇ ਉੱਥੇ ਹੀ ਜਿਹੜੀਆਂ ਔਰਤਾਂ ਨੇ ਸਾਰਾ ਦਿਨ ਚਰਖੇ ਕੱਤਦੀਆਂ ਸਨ। ਅਤੇ ਉਹਨੂੰ ਆਪਣੇ ਚਾਚਾ ਦੀ ਘਰ ਦਾ ਦਰਵਾਜ਼ਾ ਵੀ ਯਾਦ ਹੈ ਕਿ ਲੱਕੜ ਦਾ ਸੀ, ਪੁਰਾਣਾ ਤਰੀਕੇ ਦਾ ਸੀ, ਉੱਪਰ ਬਹੁਤ ਸਾਰਾ ਚੋਬਕਾਰੀ ਮਤਲਬ ਬਹੁਤ ਸਾਰੀ ਉਹਦੇ ਉੱਪਰ ਬਿਹਤਰੀਨ ਕੰਮ ਹੋਇਆ ਸੀ ਲੱਕੜ ਉੱਤੇ, ਪਰ ਉਹਨੂੰ ਕੁਛ ਵੀ ਉੱਥੇ ਹੁਣ ਲੱਭ ਨਹੀਂ ਰਿਹਾ। ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਹਵਾਈ ਹਮਲਾ ਹੋਇਆ ਹੋਵੇ ਅਤੇ ਸਾਰੇ ਪਾਸੇ ਮਲਬੇ ਦੇ ਢੇਰ ਲੱਗੇ ਹੋਣ। ਪੁੱਛ ਆ ਕੇ ਉਹ ਚੌਧਰੀ ਗੁਲਾਮ ਮੁਹੰਮਦ ਦੇ ਘਰ ਪਹੁੰਚਦੇ ਨੇ, ਜੋ ਕਿ ਲੇਖਕ ਦੇ ਹੀ ਲਗਭਗ ਉਮਰ ਦਾ ਹੁੰਦਾ ਹੈ ਅਤੇ ਉਸਦਾ ਬਚਪਨ ਦਾ ਸਾਥੀ ਹੁੰਦਾ ਹੈ। ਬਚਪਨ ਵਿੱਚ ਉਹ ਇਕੱਠੇ ਖੇਡਦੇ ਹੁੰਦੇ ਹਨ। ਜਦੋਂ ਲੇਖਕ ਉਸਨੂੰ ਆਪਣੀ ਪਹਿਚਾਣ ਕਰਾਉਂਦਾ ਹੈ ਤਾਂ ਉਸਦੇ ਗਲੇ ਨਾਲ ਲੱਗ ਕੇ ਰੋਣ ਲੱਗ ਪੈਂਦਾ ਹੈ। ਉਹ ਦੋਵੇਂ ਦਾਦੇ ਪੋਤਰੇ ਭਰਾ ਸੀ, ਪਰ ਖੂਨ ਇੱਕ ਹੋਣ ਦੇ ਬਾਵਜੂਦ ਵੀ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਅਤੇ ਲੇਖਕ ਜੋ ਹੈ ਉਹ ਹਿੰਦੂ ਰਹਿ ਗਿਆ ਸੀ। ਉਹ ਪਾਕਿਸਤਾਨੀ ਸੀ ਅਤੇ ਲੇਖਕ ਹਿੰਦੁਸਤਾਨੀ ਬਣ ਗਿਆ ਸੀ। ਉਹ ਇੱਕ ਦੂਜੇ ਨਾਲ ਮਿਲ ਕੇ ਬਹੁਤ ਜ਼ਿਆਦਾ ਜਿਹੜੇ ਇਮੋਸ਼ਨਲ ਬਹੁਤ ਜ਼ਿਆਦਾ ਭਾਵੁਕ ਹੋ ਜਾਂਦੇ ਨੇ। ਉਸ ਤੋਂ ਬਾਅਦ ਉਹ ਆਪਣੇ ਘਰ ਦੇ ਅੰਦਰ ਲੈ ਜਾਂਦਾ ਜਿਹੜਾ ਕਿ ਨਵਾਂ ਬਣਿਆ ਹੁੰਦਾ ਹੈ, ਅਤੇ ਬਾਹਰ ਉਸ ਘਰ ਦੇ ਟਿੱਬਾ ਵੀ ਹੁੰਦਾ ਹੈ ਬਿਲਕੁਲ ਉਸ ਤਰ੍ਹਾਂ ਦਾ ਜਿਵੇਂ ਲੇਖਕ ਦੇ ਘਰ ਦੇ ਬਾਹਰ ਹੁੰਦਾ ਸੀ, ਅਤੇ ਉੱਥੋਂ ਉਸਦੀ ਪਤਨੀ ਵੀ ਆਉਂਦੀ ਹੈ ਅਤੇ ਉਸਦਾ ਮੁੰਡਾ ਅਨਵਰ ਵੀ ਆਉਂਦਾ ਹੈ। ਫਿਰ ਉਹ ਉੱਥੋਂ ਦੀਆਂ ਗੱਲਾਂ ਕਰਦੇ ਨੇ ਅਤੇ ਉਹ ਲੇਖਕ ਉਸਨੂੰ ਯਾਨੀ ਕਿ ਚੌਧਰੀ ਗੁਲਾਮ ਮੁਹੰਮਦ ਨੂੰ ਆਪਣੇ ਘਰ ਬਾਰੇ ਪੁੱਛਦਾ ਵੀ ਮੇਰਾ ਘਰ ਕਿੱਥੇ ਹੈ, ਪਰ ਚੌਧਰੀ ਗੁਲਾਮ ਮੁਹੰਮਦ ਉਹਨੂੰ ਗੋਲ ਮੋਲ ਜਿਹਾ ਜਵਾਬ ਦੇ ਦਿੰਦਾ ਹੈ। ਅਸਲ ਗੱਲ ਇਹ ਹੁੰਦੀ ਹੈ ਕਿ ਉਸਨੂੰ ਯਾਦ ਨਹੀਂ ਹੁੰਦਾ ਕਿ ਚਾਚੇ ਤਾਇਆਂ ਦੇ ਅਨੇਕਾਂ ਘਰਾਂ ਵਿੱਚੋਂ ਲੇਖਕ ਦਾ ਘਰ ਕਿਹੜਾ ਸੀ, ਪਰ ਲੇਖਕ ਨੂੰ ਉਸਦੀ ਖਾਮੋਸ਼ੀ ਤੋਂ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਚੌਧਰੀ ਗੁਲਾਮ ਮੁਹੰਮਦ ਨੇ ਉਸਦੇ ਘਰ ਨੂੰ ਆਪਣੇ ਘਰ ਵਿੱਚ ਰਲਾ ਲਿਆ ਹੈ ਅਤੇ ਉਸਦੇ ਕਮਰਿਆਂ ਨੂੰ ਤੋੜ ਕੇ ਉਸਨੇ ਉੱਥੇ ਨਵੇਂ ਕਮਰੇ ਪਾ ਲਏ ਹਨ। ਪਰ ਲੇਖਕ ਨੂੰ ਇਸ ਗੱਲ ਉੱਤੇ ਕੋਈ ਗੁੱਸਾ ਵੀ ਨਹੀਂ ਮਹਿਸੂਸ ਹੁੰਦਾ। ਉਸਨੂੰ ਲੱਗਦਾ ਕਿ ਚਲੋ ਉਸਦੀ ਖਾਨਦਾਨੀ ਚੀਜ਼ ਉਸਦੇ ਆਪਣੇ ਹੀ ਭਰਾ ਦੇ ਕੰਮ ਆਈ। ਪਰ ਉਹਦੇ ਜਿਹੜੇ ਸਾਥੀ ਨੇ ਉਹਨੂੰ ਵਾਰ-ਵਾਰ ਕਹਿੰਦੇ ਨੇ ਕਿ ਜਲਦੀ ਆਪਣਾ ਘਰ ਲੱਭੋ, ਆਪਣਾ ਮਕਾਨ ਲੱਭੋ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, ਪਰ ਲੇਖਕ ਉਹਨਾਂ ਦੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਸ ਤੋਂ ਬਾਅਦ ਚੌਧਰੀ ਸਾਹਿਬ ਆਪਣੇ ਪੁੱਤਰ ਨੂੰ ਕਹਿ ਕੇ ਦੋਸਤ ਮੁਹੰਮਦ ਨੂੰ ਵੀ ਸੱਦ ਲਿਆਉਂਦੇ ਨੇ। ਦੋਸਤ ਮੁਹੰਮਦ ਇੱਕ 70 ਕੁ ਸਾਲਾਂ ਦਾ ਬੁੱਢਾ ਹੁੰਦਾ, ਉਹ ਵੀ ਉੱਥੇ ਆ ਕੇ ਬੈਠ ਜਾਂਦਾ ਅਤੇ ਉਹ ਬਿਲਕੁਲ ਲੇਖਕ ਦੇ ਪਿਤਾ ਜੀ ਵਰਗਾ ਉਸਦਾ ਪੱਗ ਬੰਨ੍ਹਣ ਦਾ ਤਰੀਕਾ
ਤੇ ਲੀੜੇ ਕੱਪੜੇ ਪਾਉਣ ਦਾ ਤਰੀਕਾ ਹੁੰਦਾ ਹੈ ਤੇ ਉਸਦੀ ਸ਼ਕਲ ਤੇ ਬੋਲਚਾਲ ਵੀ ਉਹਨਾਂ ਨਾਲ ਮਿਲਦੀ ਹੁੰਦੀ ਹੈ। ਤੇ ਜਿਹੜਾ ਦੋਸਤ ਮੁਹੰਮਦ ਸੀ ਉਹ ਬਹੁਤ ਸਾਲ ਦੀਵਾਨ ਦੇਸ ਰਾਜਸਾਨੀ ਯਾਨੀ ਕਿ ਲੇਖਕ ਦੇ ਪਿਤਾ ਜੀ ਦੀ ਦੇਖਭਾਲ ਕਰਦਾ ਰਿਹਾ ਸੀ। ਲੇਖਕ ਦੇ ਪਿਤਾ ਜੀ ਬੈਰਿਸਟਰ ਸਨ ਤੇ ਜਿਹੜਾ ਉਹ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਬੈਰਿਸਟਰ ਹੁੰਦਾ ਵਕੀਲ, ਤਾਂ ਉਹ ਜਿਹੜਾ ਦੋਸਤ ਮੁਹੰਮਦ ਹੈ ਉਹਨਾਂ ਦੇ ਨਾਲ ਹੁੰਦਾ ਸੀ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵੀ ਵਿਆਹੀ ਹੋਈ ਸੀ, ਯਾਨੀ ਕਿ ਲੇਖਕ ਦੀ ਭੂਆ ਦੀ ਧੀ ਦਾ ਵਿਆਹ ਦੋਸਤ ਮੁਹੰਮਦ ਦੇ ਮੁੰਡੇ ਨਾਲ ਹੋਇਆ ਸੀ। ਪਰ ਫਿਰ ਵੀ ਉਸਨੂੰ ਲੇਖਕ ਦੇ ਘਰ ਦਾ ਕੁਝ ਜ਼ਿਆਦਾ ਯਾਦ ਨਹੀਂ ਸੀ, ਕਿਉਂਕਿ ਲੇਖਕ ਦੇ ਪਿਤਾ ਬਹੁਤ ਘੱਟ ਪਿੰਡ ਆਉਂਦੇ ਸਨ। ਇਸ ਕਰਕੇ ਉਸਨੇ ਵੀ ਪਿੰਡ ਨੂੰ ਬਹੁਤ ਘੱਟ ਵੇਖਿਆ ਹੋਇਆ ਸੀ ਤੇ ਇਸ ਕਰਕੇ ਉਸਨੂੰ ਬਹੁਤ ਜ਼ਿਆਦਾ ਯਾਦ ਨਹੀਂ ਸੀ। ਉੱਧਰ ਗੁਲਾਮ ਮੁਹੰਮਦ ਵੀ ਨੀਵੀਂ ਪਾਈ ਰੋਈ ਜਾ ਰਿਹਾ ਸੀ, ਤਾਂ ਫਿਰ ਲੇਖਕ ਦਾ ਵੀ ਉਹਨਾਂ ਨੂੰ ਜ਼ਿਆਦਾ ਪੁੱਛਣ ਦਾ ਹੌਸਲਾ ਨਾ ਪਿਆ। ਪਰ ਉਸਦਾ ਸਾਥੀ ਜੋ ਸਿਕੰਦਰ ਹਾਰ ਕੇ ਉਸਨੂੰ ਹਲੂਣ ਕੇ ਬਾਹਰ ਲੈ ਜਾਂਦਾ ਕਿ ਚਲੋ ਆਪਾਂ ਉਨੀ ਦੇਰ ਇੱਕ ਬਾਹਰ ਦਾ ਚੱਕਰ ਲਾ ਕੇ ਆਉਂਦੇ ਹਾਂ। ਗਲੀ 'ਚ ਆ ਜਾਂਦਾ ਹੈ, ਪਰ ਉਹ ਗਲੀ ਵੀ ਉਸਨੂੰ ਬਹੁਤ ਓਪਰੀ ਪਰਾਈ ਲੱਗਦੀ ਹੈ, ਕਿਉਂਕਿ ਉਹਨੂੰ ਲੱਗਦਾ ਕਿ ਜਿਹੜੀ ਗਲੀ 'ਚ ਮੈਂ ਖੇਡਦਾ ਹੁੰਦਾ ਸੀ ਉਹ ਤਾਂ ਬਹੁਤ ਲੰਬੀ ਖੁੱਲ੍ਹੀ ਅਤੇ ਸੋਹਣੀ ਹੁੰਦੀ ਸੀ, ਪਰ ਹੁਣ ਜਿਹੜੀ ਗਲੀ ਹੈ ਬਹੁਤ ਛੋਟੀ ਪੀੜੀ ਅਤੇ ਭੈੜੀ ਲੱਗ ਰਹੀ ਸੀ, ਕੋਝੀ ਲੱਗ ਰਹੀ ਸੀ। ਉਸ ਗਲੀ 'ਚ ਪੂਰੇ ਚੱਕਰ ਮਾਰਦੇ ਆ ਅਤੇ ਇੱਕ ਵਿਹੜੇ ਉੱਤੇ ਉਹਦੀ ਨਜ਼ਰ ਪੈਂਦੀ ਹੈ ਅਤੇ ਲੇਖਕ ਨੂੰ ਲੱਗਦਾ ਕਿ ਮੈਂ ਇਸ ਵਿਹੜੇ ਨੂੰ ਜਾਣਦਾ, ਮੈਂ ਇੱਥੇ ਖੇਡਦਾ ਹੁੰਦਾ ਸੀ। ਸਿਕੰਦਰ ਉਹਨੂੰ ਧੱਕੇ ਨਾਲ ਅੰਦਰ ਭੇਜਦਾ ਹੈ ਅਤੇ ਕਹਿੰਦਾ ਤੂੰ ਦੇਖ। ਲੇਖਕ ਉਸ ਘਰ ਦੇ ਅੰਦਰ ਜਾਂਦਾ ਹੈ, ਪੌੜੀਆਂ ਉੱਪਰ ਚੜ੍ਹਦਾ ਹੈ ਅਤੇ ਜਦੋਂ ਉਹ ਛੱਤ 'ਤੇ ਪਹੁੰਚਦਾ ਹੈ ਤਾਂ ਉੱਥੇ ਉਹਨੂੰ ਆਪਣੇ ਘਰ ਦਾ ਚੁਬਾਰਾ ਦਿਖ ਜਾਂਦਾ ਹੈ। ਆਪਣੇ ਘਰ ਦਾ ਚੁਬਾਰਾ, ਆਪਣੇ ਘਰ ਦਾ ਉੱਪਰ ਵਾਲਾ ਹਿੱਸਾ ਦੇਖ ਕੇ ਲੇਖਕ ਦੀ ਚੀਕ ਨਿਕਲ ਜਾਂਦੀ ਹੈ ਅਤੇ ਕਹਿੰਦਾ ਉਹ ਰਿਹਾ ਸਾਡਾ ਘਰ। ਉਸ ਕਮਰੇ 'ਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ, ਯਾਨੀ ਕਿ ਉਸਦੀ ਮੰਗਣੀ ਹੋਈ ਸੀ। ਉਸ ਸਮੇਂ ਉਹਦੇ ਅੰਦਰ ਇੱਕ ਜਵਾਲਾਮੁਖੀ ਫੁੱਟ ਜਾਂਦਾ ਅਤੇ ਉਹ ਰੋਂਦਾ ਹੋਇਆ ਥੱਲੇ ਡਿੱਗ ਪੈਂਦਾ ਹੈ। ਸਾਰੇ ਲੋਕ ਉਹਨੂੰ ਦਿਲਾਸਾ ਦੇਣ ਲੱਗਦੇ ਨੇ, ਪਰ ਲੇਖਕ ਸਾਰਿਆਂ ਨੂੰ ਕਹਿੰਦਾ ਮੈਨੂੰ ਛੱਡ ਦਿਓ, ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਹਾ, ਮੈਨੂੰ ਮੇਰੀ ਭੈਣ ਦੀ ਯਾਦ ਆ ਗਈ ਹੈ ਜਿਹੜੀ ਕਿ ਮਰ ਚੁੱਕੀ ਹੈ। ਰੱਬਾ ਮੇਰੀ ਭੈਣ ਮੋੜ ਦੇ, ਰੱਬਾ ਮੇਰੀ ਭੈਣ ਮੋੜ ਦੇ। ਤਾਂ ਲੇਖਕ ਨੂੰ ਇੱਕ ਤਾਂ ਆਪਣਾ ਜੱਦੀ ਘਰ ਲੱਭ ਗਿਆ ਅਤੇ ਜੱਦੀ ਘਰ ਦੇ ਨਾਲ ਉਹਨਾਂ ਇੱਟਾਂ ਨਾਲ ਪਿਆਰ ਨਾਲੋਂ ਜ਼ਿਆਦਾ ਲੇਖਕ ਨੂੰ ਕਿਹਦਾ ਪਿਆਰ ਜਾਗਿਆ, ਆਪਣੀ ਮਰ ਚੁੱਕੀ ਭੈਣ ਦਾ, ਕਿਉਂਕਿ ਹੁਣ ਉਹ ਭੈਣ ਨੂੰ ਉਹ ਕਦੀ ਨਹੀਂ ਮਿਲ ਸਕਦਾ ਅਤੇ ਉਹ ਚਾਹੁੰਦਾ ਕਿ ਰੱਬ ਉਸਦੀ ਭੈਣ ਵਾਪਸ ਮੋੜ ਦੇਵੇ। ਉਸ ਸਮੇਂ ਲੇਖਕ ਨੂੰ ਆਪਣੇ ਆਪ 'ਤੇ ਥੋੜ੍ਹੀ ਸ਼ਰਮ ਜਿਹੀ ਵੀ ਆਉਂਦੀ ਹੈ ਵੀ ਮੈਂ ਇੰਨੀ ਵੱਡੀ ਉਮਰ ਦਾ ਹੋ ਕੇ ਪਰਾਏ ਦੇਸ਼ ਵਿੱਚ ਕੀ ਕਰ ਰਿਹਾ ਹਾਂ, ਪਰ ਉਸਦਾ ਆਪਣੇ ਆਪ ਉੱਤੇ ਕੋਈ ਕਾਬੂ ਨਹੀਂ ਹੁੰਦਾ। ਤਾਂ ਇਹ ਸੀ ਪਾਠ ਮੁੜ ਵੇਖਿਆ ਪਿੰਡ। ਇੱਥੇ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਲੇਖਕ ਬਹੁਤ ਇੱਛਾ ਨਾਲ, ਬਹੁਤ ਯਤਨਾਂ ਨਾਲ ਆਪਣਾ ਜੱਦੀ ਪਿੰਡ, ਆਪਣਾ ਜੱਦੀ ਸ਼ਹਿਰ ਭੇਰਾ ਦੇਖਣ ਜਾਂਦਾ ਜਿੱਥੇ ਉਸਦਾ ਜਨਮ ਹੋਇਆ ਸੀ। ਉੱਥੇ ਆਪਣਾ ਘਰ ਲੱਭਣ ਤੋਂ ਬਾਅਦ ਲੇਖਕ ਨੂੰ ਆਪਣੀ ਭੈਣ ਯਾਦ ਆ ਜਾਂਦੀ ਹੈ ਜੋ ਕਿ ਹੁਣ ਮਰ ਚੁੱਕੀ ਹੈ, ਅਤੇ ਲੇਖਕ ਆਪਣੀ ਭੈਣ ਨੂੰ ਯਾਦ ਕਰਕੇ ਜ਼ਾਰੋ ਜ਼ਾਰ ਰੋਣ ਲੱਗ ਪੈਂਦਾ ਹੈ। ਪਾਠ ਇੱਕ ਬਹੁਤ ਹੀ ਇੰਟਰਸਟਿੰਗ ਕਹਾਣੀ ਦੀ ਤਰ੍ਹਾਂ ਹੀ ਹੈ, ਇਸ ਕਰਕੇ ਇਹਨੂੰ ਭੁੱਲਣ ਵਾਲਾ ਕੋਈ ਗੱਲ ਇਹਦੇ ਵਿੱਚ ਹੈ ਨਹੀਂ। ਹੁਣ ਆਪਾਂ ਇਸ 'ਤੇ ਪ੍ਰਸ਼ਨ ਉੱਤਰ ਕਰਾਂਗੇ। ਤੁਹਾਨੂੰ ਚਾਹੇ MCQ ਆਉਣ, ਚਾਹੇ 1 ਨੰਬਰ ਦੇ 2 ਨੰਬਰ ਦੇ ਪ੍ਰਸ਼ਨ ਜੋ ਵੀ ਆਉਣ, ਤੁਸੀਂ ਜਿਹੜੇ ਪ੍ਰਸ਼ਨ ਉੱਤਰ ਮੈਂ ਕਰਵਾ ਦਿੱਤੇ ਹਨ ਇਹਨਾਂ ਤੋਂ ਬਾਹਰ ਸ਼ਾਇਦ ਹੀ ਕੋਈ ਪ੍ਰਸ਼ਨ ਤੁਹਾਨੂੰ ਆਏਗਾ, ਅਤੇ ਤੁਸੀਂ ਆਪਣੀ ਸੁਵਿਧਾ ਦੇ ਅਨੁਸਾਰ ਇਹਨਾਂ ਨੂੰ ਵੱਡਾ ਜਾਂ ਛੋਟਾ ਕਰਕੇ ਜਾਂ MCQ ਦੇ ਤੌਰ 'ਤੇ ਇਹਨਾਂ ਦੇ ਉੱਤਰ ਲਿਖ ਸਕਦੇ ਹੋ। MCQ ਮੈਂ ਅਲੱਗ ਤੋਂ ਇਸ ਕਰਕੇ ਯਾਦ ਨਹੀਂ ਕਰਵਾਉਂਦੀ ਕਿਉਂਕਿ ਗਲਤ ਉੱਤਰ ਪੜ੍ਹਨ ਦਾ ਜਾਂ ਉਹਨਾਂ ਨੂੰ ਯਾਦ ਕਰਨ ਦਾ ਕੋਈ ਤੁਕ ਨਹੀਂ ਬਣਦਾ। ਸਿਰਫ ਸਹੀ ਉੱਤਰ ਯਾਦ ਰੱਖੋ ਅਤੇ ਪੇਪਰ ਵਿੱਚ ਤੁਹਾਨੂੰ ਉਹ ਆਪਣੇ ਆਪ ਲੱਭ ਜਾਵੇਗਾ। ਸਾਡਾ ਪਹਿਲਾ ਪ੍ਰਸ਼ਨ ਹੈ, ਮੁੜ ਵੇਖਿਆ ਪਿੰਡ ਕਿਸ ਦੀ ਰਚਨਾ ਹੈ? ਉੱਤਰ ਬਲਰਾਜ ਸਾਹਨੀ। ਮੁੜ ਵੇਖਿਆ ਪਿੰਡ ਲੇਖ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ ਜਾਂ ਕਿਸ ਪੁਸਤਕ ਦਾ ਇੱਕ ਭਾਗ ਹੈ? ਉੱਤਰ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ। ਅਗਲਾ ਪ੍ਰਸ਼ਨ ਹੈ, ਇਸ ਲੇਖ ਵਿਚਲੀ ਘਟਨਾ ਕਿਸ ਸਮੇਂ ਦੀ ਹੈ? 16 ਅਕਤੂਬਰ 1962 ਈਸਵੀ। ਚੌਥਾ ਪ੍ਰਸ਼ਨ, ਲੇਖਕ ਨੇ ਸਵੇਰੇ ਸਭ ਤੋਂ ਪਹਿਲਾਂ ਕੀ ਕੀਤਾ? ਥਾਣੇ ਰਿਪੋਰਟ ਲਿਖਾਈ। ਪੰਜਵਾਂ ਪ੍ਰਸ਼ਨ, ਲੇਖਕ ਬੱਸ ਅੱਡੇ ਕੀ ਕਰਨ ਗਿਆ? ਭੇਰੇ ਜਾਣ ਲਈ ਬੱਸ ਲੈਣ। ਛੇਵਾਂ ਪ੍ਰਸ਼ਨ, ਲੇਖਕ ਦੇ ਨਾਲ ਕੌਣ ਸੀ? ਸਿਕੰਦਰ ਅਤੇ 2 ਹੋਰ ਮਿੱਤਰ ਸ਼ਾਕਿਰ ਅਤੇ ਮੁਸਤਹਿਮੀਨ। ਸੱਤਵਾਂ ਪ੍ਰਸ਼ਨ, ਲੇਖਕ ਨੂੰ ਭੇਰੇ ਜਾਣਾ ਕਿਵੇਂ ਦਾ ਲੱਗ ਰਿਹਾ ਸੀ? ਸੌਖੀ ਮੁਹਿੰਮ। ਅਗਲਾ, ਭੇਰਾ ਕਿੰਨੀ ਦੂਰ ਸੀ? 60-70 ਮੀਲ।
9ਵਾਂ ਪ੍ਰਸ਼ਨ, ਲੇਖਕ ਨੇ ਆਖਰੀ ਵਾਰ ਪੇਰਾ ਕਦੋਂ ਵੇਖਿਆ ਸੀ? 40 ਸਾਲ ਪਹਿਲਾਂ 8-9 ਸਾਲ ਦੀ ਉਮਰ ਵਿੱਚ। 10ਵਾਂ ਪ੍ਰਸ਼ਨ, ਕਿਸ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ? ਉੱਤਰ ਖੁਖਰਾਨ ਬਰਾਦਰੀ। ਅੱਗੇ, ਹਰ ਮੁਹੱਲੇ ਦਾ ਆਪਣਾ ਕੀ ਹੁੰਦਾ ਸੀ? ਦਰਵਾਜ਼ਾ। 12ਵਾਂ ਪ੍ਰਸ਼ਨ, ਲੇਖਕ ਦੇ ਤਾਈ ਜੀ ਸਾਥਣਾ ਨਾਲ ਸਵੇਰੇ ਮੂੰਹ ਹਨੇਰੇ ਕਿੱਥੇ ਜਾਂਦੇ ਸਨ? ਜਿਹਲਮ ਦਰਿਆ 'ਤੇ ਇਸ਼ਨਾਨ ਕਰਨ। ਲੇਖਕ ਦੇ ਨਿੱਕੇ ਭਰਾ ਦਾ ਕੀ ਨਾਮ ਸੀ? ਭੀਸ਼ਮ। ਦਰਿਆ 'ਤੇ ਪਹੁੰਚਣ ਤੋਂ ਪਹਿਲਾਂ ਕਿੰਨੇ ਪੜਾਅ ਆਉਂਦੇ ਸਨ? ਉੱਤਰ ਹੈ 2, ਚਿੜੀ ਚੋਗ ਅਤੇ ਘੜੀਪਨ। ਇਹ 2 ਪੜਾਅ ਆਉਂਦੇ ਸਨ ਅਤੇ ਉਸ ਤੋਂ ਬਾਅਦ ਤੀਸਰਾ ਪੜਾਅ ਹੈ ਜੋ ਉਹ ਦਰਿਆ ਹੁੰਦਾ ਸੀ। 15ਵਾਂ ਪ੍ਰਸ਼ਨ, ਮੇਲਾ ਕਿੱਥੇ ਲੱਗਦਾ ਸੀ? ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ। ਅੱਗੇ ਹੈ, ਲੇਖਕ ਦੇ ਕੋਲ ਵਾਲੀ ਸੀਟ 'ਤੇ ਕੌਣ ਆ ਕੇ ਬੈਠ ਗਿਆ? ਇੱਕ ਬਜ਼ੁਰਗ ਔਰਤ ਆਪਣੇ ਪੁੱਤਰ ਨਾਲ। ਅੱਗੇ, ਬੱਸ ਕਿੱਥੇ ਰੁਕੀ? ਭੁੱਲੋਵਾਲ ਅੱਡੇ ਉੱਤੇ। ਅਗਲਾ ਪ੍ਰਸ਼ਨ ਹੈ, ਲੇਖਕ ਨੂੰ ਅੱਡੇ 'ਤੇ ਬੱਸ ਦਾ ਖਲੋਣਾ ਸਹਿਨ ਕਿਉਂ ਨਹੀਂ ਸੀ ਹੋ ਰਿਹਾ? ਮਤਲਬ ਉਸਨੂੰ ਕਿਉਂ ਨਹੀਂ ਸੀ ਬਰਦਾਸ਼ਤ ਹੋ ਰਿਹਾ ਕਿ ਬੱਸ ਅੱਡੇ 'ਤੇ ਪੌਣਾ ਘੰਟਾ ਲਈ ਰੁਕ ਗਈ ਹੈ? ਇਸ ਦਾ ਉੱਤਰ ਹੈ, ਉਸ ਕੋਲ ਆਪਣਾ ਜਨਮ ਸਥਾਨ ਦੇਖਣ ਲਈ ਕੇਵਲ 3 ਘੰਟੇ ਸਨ। ਉਸ ਵਿੱਚੋਂ ਪੌਣਾ ਘੰਟਾ ਬੱਸ ਅੱਡੇ 'ਤੇ ਬਰਬਾਦ ਕਰਨਾ ਉਸ ਲਈ ਅਸਹਿ ਸੀ, ਯਾਨੀ ਕਿ ਬਰਦਾਸ਼ਤ ਤੋਂ ਬਾਹਰ ਸੀ। ਅਤੇ ਉਸ ਕੋਲ ਸਿਰਫ 3 ਘੰਟੇ ਕਿਉਂ ਸਨ? ਕਿਉਂਕਿ ਉਹ ਪਾਕਿਸਤਾਨ ਵਿੱਚ ਗਿਆ ਹੋਇਆ ਸੀ, ਉਹ ਭਾਰਤ ਵਿੱਚ ਨਹੀਂ ਸੀਗਾ। ਅਤੇ ਉੱਥੇ ਉਸਨੂੰ ਉਸ ਪਿੰਡ ਵਿੱਚ ਜਾਣ ਵਾਸਤੇ ਸਿਰਫ ਵੀਜ਼ੇ ਦੇ ਅਨੁਸਾਰ ਪੁਲਿਸ ਸਟੇਸ਼ਨ ਤੋਂ ਜਾ ਕੇ ਜੋ ਉਸਨੂੰ ਪਰਮਿਸ਼ਨ ਲੈਣੀ ਹੁੰਦੀ ਸੀ ਤਾਂ ਸਿਰਫ 3 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਪਰ ਭੇਰੇ ਵਿੱਚ ਹੁਣ ਹੈ ਕੀ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ? ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਬੱਸ ਅੱਡੇ ਦੇ ਪ੍ਰਬੰਧਕ ਨੇ ਜਲਦੀ ਬੱਸ ਤੋਰਨ ਦੀ ਬੇਨਤੀ ਕਰ ਰਹੇ ਲੇਖਕ ਨੂੰ ਕਹੇ। ਅਤੇ ਇਸ ਦੇ ਜਵਾਬ ਵਿੱਚ ਲੇਖਕ ਨੇ ਕੀ ਕਿਹਾ ਸੀ ਉਹ ਵੀ ਤੁਸੀਂ ਯਾਦ ਰੱਖਣਾ ਹੈ। ਕੀ ਕਰੀਏ ਜਿਹੜੀ ਜਨਮ ਮਿੱਟੀ ਦੀ ਖਿੱਚ ਹੈ ਉਹ ਇੱਥੇ ਲੈ ਆਈ ਹੈ। ਅੱਗੇ ਹੈ, ਭੇਰੇ ਦਾ ਆਲਾ ਦੁਆਲਾ ਕਿਵੇਂ ਦਾ ਸੀ? ਸਰ ਸਬਜ਼ ਯਾਨੀ ਕਿ ਹਰਿਆ ਭਰਿਆ ਅਤੇ ਰਮਨੀਕ। 21ਵਾਂ ਪ੍ਰਸ਼ਨ, ਰੇਲਵੇ ਸਟੇਸ਼ਨ ਤੋਂ ਆਉਂਦੇ ਕਿਹੜਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ? ਸਾਨੀਆਂ ਦਾ। ਭੇਰੇ ਦਾ ਬੱਸ ਅੱਡਾ ਕਿਹੜੇ ਦਰਵਾਜ਼ੇ ਦੇ ਕੋਲ ਸੀ? ਬਲੋਚੀ ਦਰਵਾਜ਼ਾ। 23ਵਾਂ ਪ੍ਰਸ਼ਨ, ਕੌਣ ਭੇਰੇ ਦੇ ਸਾਨੀਆਂ ਨੂੰ ਜਾਣਦਾ ਸੀ? ਇੰਸਪੈਕਟਰ। ਕਿੱਥੋਂ ਦਾ ਇੰਸਪੈਕਟਰ? ਭੇਰੇ ਦੇ ਥਾਣੇ ਦਾ ਇੰਸਪੈਕਟਰ। ਇੰਸਪੈਕਟਰ ਲੇਖਕ ਨਾਲ ਕਿਵੇਂ ਪੇਸ਼ ਆਇਆ? ਪਿਆਰ ਨਾਲ। ਉਸਨੇ ਆਉਣ ਅਤੇ ਜਾਣ ਦਾ ਵੇਰਵਾ ਇਕੱਠਾ ਪਾ ਦਿੱਤਾ ਤਾਂ ਜੋ ਲੇਖਕ ਨੂੰ ਦੁਬਾਰਾ ਕੋਤਵਾਲੀ ਨਾ ਆਉਣਾ ਪਵੇ। ਹੁਣ ਇਹਦੇ ਵਿੱਚੋਂ ਚਾਹੇ 2 ਤੁਹਾਨੂੰ ਪ੍ਰਸ਼ਨ ਅਲੱਗ ਵੀ ਆ ਸਕਦਾ ਕੋਈ, ਕਿ ਇੰਸਪੈਕਟਰ ਨੇ ਲੇਖਕ ਨਾਲ ਕੀ ਕੀਤਾ, ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸਨੇ ਉਸਦੇ ਆਉਣ ਅਤੇ ਜਾਣ ਦਾ ਵੇਰਵਾ ਇਕੱਠਾ ਪਾ ਦਿੱਤਾ। ਜਾਂ ਫਿਰ ਇੰਸਪੈਕਟਰ ਨੇ ਲੇਖਕ ਦੇ ਆਉਣ ਜਾਣ ਦਾ ਵੇਰਵਾ ਇਕੱਠਾ ਕਿਉਂ ਪਾਇਆ? ਤਾਂ ਜੋ ਉਸਨੂੰ ਦੁਬਾਰਾ ਥਾਣੇ ਆ ਕੇ ਆਪਣਾ ਸਮਾਂ ਬਰਬਾਦ ਨਾ ਕਰਨਾ ਪਵੇ। ਇਸੇ ਕਰਕੇ ਮੈਂ ਇਸ ਤਰ੍ਹਾਂ ਦੇ ਪ੍ਰਸ਼ਨ ਬਣਾਉਂਦੀ ਹਾਂ ਤਾਂ ਜੋ ਤੁਹਾਨੂੰ MCQ ਵਿੱਚ ਕੁਛ ਵੀ ਆ ਜਾਵੇ ਤੁਸੀਂ ਸਾਰਾ ਕਵਰ ਕਰ ਸਕਦੇ ਹੋਵੋ। ਲੇਖਕ ਦੀ ਗਲੀ ਦੇ ਨੁੱਕਰ ਉੱਤੇ ਕੀ ਸੀ? ਖੂਹ। ਲੇਖਕ ਕਿੰਨੇ ਸਾਲ ਬਾਅਦ ਆਪਣਾ ਪਿੰਡ ਵੇਖਣ ਆਇਆ ਸੀ? 40 ਸਾਲ। ਲੇਖਕ ਕਿਸ ਦੇ ਘਰ ਪਹੁੰਚਿਆ? ਬਚਪਨ ਦੇ ਸਾਥੀ ਚੌਧਰੀ ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਦੇ ਲੜਕੇ ਦਾ ਕੀ ਨਾਮ ਸੀ? ਅਨਵਰ। ਲੇਖਕ ਨੂੰ ਆਪਣੇ ਘਰ ਬਾਰੇ ਕੀ ਸ਼ੱਕ ਹੋਇਆ? ਉਸਨੂੰ ਸ਼ੱਕ ਹੋਇਆ ਕਿ ਚੌਧਰੀ ਗੁਲਾਮ ਮੁਹੰਮਦ ਨੇ ਉਸਦਾ ਘਰ ਢਵਾ ਕੇ ਆਪਣੇ ਘਰ ਵਿੱਚ ਰਲਾ ਲਿਆ ਹੈ। ਲੇਖਕ ਨੂੰ ਆਪਣੀ ਗਲੀ ਓਪਰੀ ਕਿਉਂ ਲੱਗੀ? ਤਾਂ ਇਸ ਦਾ ਉੱਤਰ ਹੈ, ਪਹਿਲਾਂ ਲੰਮੀ ਖੁੱਲੀ ਅਤੇ ਸੋਹਣੀ ਹੋਣ ਵਾਲੀ ਗਲੀ ਹੁਣ ਛੋਟੀ, ਭੀੜੀ ਅਤੇ ਭੈੜੀ ਜਿਹੀ ਲੱਗ ਰਹੀ ਸੀ।
ਕਿਉਂਕਿ ਜਦੋਂ ਨਵੀਂ ਕੰਸਟਰਕਸ਼ਨ ਹੁੰਦੀ ਹੈ ਲੋਕ ਹੋਰ ਘਰ ਬਣਾ ਲੈਂਦੇ ਨੇ ਤਾਂ ਉਹ ਗਲੀ ਛੋਟੀ ਛੋਟੀ ਲੱਗਣ ਲੱਗ ਗਈ ਸੀ। ਅਗਲਾ ਪ੍ਰਸ਼ਨ, ਲੇਖਕ ਆਪਣੇ ਘਰ ਨੂੰ ਦੇਖ ਕੇ ਰੋਣ ਕਿਉਂ ਲੱਗ ਗਿਆ ਸੀ? ਉਸ ਨੂੰ ਆਪਣੀ ਮਰ ਚੁੱਕੀ ਭੈਣ ਯਾਦ ਆ ਗਈ ਸੀ, ਜਿਸ ਦਾ ਕਿ ਉਸ ਘਰ ਦੇ ਕਮਰੇ ਵਿੱਚ ਕੁੜਮਾਈ ਯਾਨੀ ਕਿ ਮੰਗਣੀ ਹੋਈ ਸੀ। ਇਹ ਪਾਠ ਕਿਸ ਭਾਵਨਾ ਨੂੰ ਪ੍ਰਗਟ ਕਰਦਾ ਹੈ? ਆਪਣੀ ਜਨਮ ਭੂਮੀ ਅਤੇ ਵਿਛੜ ਚੁੱਕੀ ਭੈਣ ਲਈ ਲੇਖਕ ਦੇ ਪਿਆਰ ਨੂੰ। ਤਾਂ ਬੱਚਿਓ, ਇਹ ਸੀ ਤੁਹਾਡਾ ਪਾਠ ਘਰ ਦਾ ਪਿਆਰ। ਬਹੁਤ ਹੀ ਇੰਟਰਸਟਿੰਗ ਸਟੋਰੀ ਸੀ, ਸਫ਼ਰਨਾਮਾ ਸੀ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਜੀ ਦਾ। ਤੁਹਾਡਾ ਅਗਲਾ ਪਾਠ ਲੈ ਕੇ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਨਾਲ ਹੀ ਮੈਨੂੰ ਕਮੈਂਟਸ ਵਿੱਚ ਦੱਸਿਓ ਕਿ ਤੁਸੀਂ ਹੋਰ ਕਿਹੜਾ ਪਾਠ ਚਾਹੁੰਦੇ ਹੋ। ਹੁਣ ਰਮਨਦੀਪ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।